ਸੁਰਤੀਆਂ ਗੁਰੂ ਚਰਨਾਂ ਵਿੱਚ ਕੇਂਦਰਿਤ ਕਰੀਏ, ਗੁਰ ਉਪਦੇਸ਼ ਨੂੰ ਵਿਚਾਰੀਏ ਸਮਝੀਏ, ਜੀਵਨ ਵਿੱਚ ਲਾਗੂ ਕਰੀਏ ਜੀ। ਸੋ ਅੱਜ ਦਾ ਪਾਵਨ ਪਵਿੱਤਰ ਉਪਦੇਸ਼ ਬਿਲਾਵਲ ਰਾਗ ਦੇ ਅੰਦਰ ਮਹੱਲਾ ਪਹਿਲਾ ਭਾਵ ਸਿੱਖ ਧਰਮ ਦੇ ਜਨਮਦਾਤਾ, ਸਿੱਖ ਧਰਮ ਦੇ ਮੁੱਢ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਦੇ ਵਿੱਚੋਂ ਉਚਾਰਨ ਕੀਤਾ ਹੋਇਆ ਪਾਵਨ ਵਾਕ ਹੈ। ਤੋ ਸਤਿਗੁਰਾਂ ਨੇ ਇਸ ਹੁਕਮ ਨੂੰ 795 ਅੰਕ ਤੇ ਸੁਭਾਏਮਾਨ ਕੀਤਾ ਹੈ। ਕੀ ਰਹਿਮਤ ਗੁਰੂ ਪਾਤਸ਼ਾਹ ਜੀ ਕਰ ਰਹੇ ਨੇ। ਆਓ ਭਾਵਨਾ ਦੇ ਨਾਲ ਰਹਾਉ ਵਾਲੇ ਬੰਦ ਨੂੰ ਸਮਝਣ ਦਾ ਯਤਨ ਕਰੀਏ ਜੀ। ਮਨ ਬੇਦਿਆ ਦਇਆਲ ਛੇਤੀ ਮੇਰੀ ਮਾਈ। ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਸਮਝਾ ਰਹੇ ਨੇ, ਜਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਚੱਲ ਕੇ ਆਏਗਾ, ਗੁਰੂ ਕੇ ਸ਼ਬਦ ਦੇ ਤੀਰ ਦੇ ਨਾਲ ਐਸਾ ਤੇਰਾ ਮਨ ਬਿੰਨਿਆ ਜਾਵੇਗਾ। ਸਤਿਗੁਰੂ ਜੀ ਜਦੋਂ ਭਾਵਨਾ ਲੈ ਕੇ ਆਏਗਾ, ਤੇਰੇ ਮਨ ਅੰਦਰ ਐਸਾ ਬੋਲਾਂ ਦਾ ਤੀਰ ਲਗਾਉਣਗੇ, ਐਸਾ ਨਿਸ਼ਾਨਾ ਤੇਰੇ ਹਿਰਦੇ ਅੰਦਰ ਜਾ ਕੇ ਲੱਗੇਗਾ, ਤੇਰਾ ਮਨ ਬਿੰਨਿਆ ਜਾਵੇਗਾ ਤੇ ਵਿਕਾਰ ਇਸ ਤੀਰ ਦੇ ਨਾਲ ਮਰ ਜਾਣਗੇ, ਖਤਮ ਹੋ ਜਾਣਗੇ। ਜਿਹੜੇ ਆਦ ਬਿਆਦ ਉਬਾਦ ਕਾਮ ਕ੍ਰੋਧ ਅਰ ਲੋਭ ਮੋਹ ਅਹੰਕਾਰ ਨੇ ਤੇਰੇ ਮਨ ਨੂੰ ਘੇਰ ਰੱਖਿਆ ਹੈ, ਜਦੋਂ ਗੁਰੂ ਨੇ ਪ੍ਰੇਮ ਦਾ ਤੀਰ ਮਾਰਿਆ ਤੇ ਤੇਰੇ ਇਹਨਾਂ ਵਿਕਾਰਾਂ ਨੂੰ ਗੁਰੂ ਇੱਕ ਤੀਰ ਦੇ ਨਾਲ ਖਤਮ ਕਰ ਦੇਵੇਗਾ। ਪਾਤਸ਼ਾਹ ਜੀ ਕਹਿ ਰਹੇ ਹਨ, ਫਿਰ ਤੇਰੇ ਨਾਮ ਅੰਦਰ ਗਿਆਨ ਹੋਵੇਗਾ, ਤੇਰੇ ਨਾਮ ਅੰਦਰ ਗੁਰੂ ਕੀ ਸਿੱਖਿਆ ਹੋਵੇਗੀ, ਤੇਰੇ ਮਨ ਅੰਦਰ ਗੁਰੂ ਕੀ ਇਬਾਦਤ ਹੋਵੇਗੀ। ਆਪਣੇ ਮਨ ਨੂੰ ਗੁਰੂ ਕੀ ਬਾਣੀ ਸਦਕਾ, ਗੁਰੂ ਕੇ ਗਿਆਨ ਸਦਕਾ ਸਫਲ ਬਣਾ ਸਕੇਗਾ। ਤੇ ਇਸ ਲਈ ਪਾਤਸ਼ਾਹ ਜੀ ਦਾ ਪ੍ਰੇਮ ਵਾਲਾ ਅਨਿਆਲਾ ਤੀਰ ਜਦੋਂ ਸਾਡੇ ਮਨ ਵਿੱਚ ਲੱਗੇਗਾ, ਪਾਤਸ਼ਾਹ ਜੀ ਅੰਮ੍ਰਿਤ ਬਾਣੀ ਵਿੱਚ ਸਮਝਾ ਰਹੇ ਨੇ, ਮਨ ਬੇਦਿਆ ਦਇਆਲ ਛੇਤੀ ਮੇਰੀ ਮਾਈ। ਜਦੋਂ ਗੁਰੂ ਦਿਆਲਤਾ ਦੇ ਘਰ ਵਿੱਚ ਆਇਆ, ਛੇਤੀ ਤੋਂ ਭਾਵ ਖੁਸ਼ੀ, ਮੇਰੀ ਮਾਈ, ਹੇ ਰੱਬ ਜੀ, ਮੇਰੇ ਮਨ ਅੰਦਰ ਪਿਆਰ ਜਾਗਿਆ। ਗੁਰੂ ਨੇ ਅੰਮ੍ਰਿਤਮਈ ਬੋਲਾਂ ਦਾ ਐਸਾ ਤੀਰ ਮਾਰਿਆ, ਮੇਰੇ ਮਨ ਅੰਦਰ ਚਾਅ, ਖੁਸ਼ੀ, ਖੇੜਾ ਪੈਦਾ ਹੋ ਗਿਆ ਤੇ ਆਪਣੀ ਗੁਰੂ ਮਾਂ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਉਹਨਾਂ ਬੋਲਾਂ ਨੂੰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਅੰਮ੍ਰਿਤ ਬਾਣੀ ਦੁਆਰਾ ਸਮਝਾ ਰਹੇ ਨੇ। ਕੌਣ ਜਾਣੈ ਪੀੜ ਪਰਾਈ। ਹੇ ਰੱਬ ਜੀ, ਕਿਹੜਾ ਦੂਜੇ ਦੀ ਪੀੜ ਨੂੰ ਜਾਣਦਾ ਹੈ। ਮੇਰੇ ਅੰਦਰ ਰੱਬ ਨੂੰ ਮਿਲਣ ਦੀ ਤਾਂਘ ਪੈਦਾ ਹੋ ਗਈ। ਜੇ ਭਾਗਾਂ ਵਾਲਿਓ ਸੱਟ ਜਿਸ ਦੇ ਵੱਜੀ ਹੋਵੇ, ਉਸ ਦੇ ਦਰਦ ਦਾ ਉਹ ਬੰਦਾ ਹੀ ਉਸ ਦਰਦ ਨੂੰ ਮਹਿਸੂਸ ਕਰ ਸਕਦਾ ਹੈ। ਜੋ ਨਾਲ ਖੜਾ, ਨਾਲ ਆ ਕੇ ਗੁਰਮੁਖੋ ਆਸੇ ਪਾਸੇ ਖੜ ਗਏ, ਉਸ ਦਰਦ ਨੂੰ ਮਹਿਸੂਸ ਫੀਲ ਨਹੀਂ ਕਰ ਸਕਦੇ। ਸਤਿਗੁਰਾਂ ਦੀ ਅੰਮ੍ਰਿਤ ਬਾਣੀ ਕਹਿ ਰਹੀ ਹੈ, ਕੌਣ ਜਾਣੈ ਪੀੜ ਪਰਾਈ। ਪਰਾਈ ਪੀੜ ਨੂੰ ਕੋਈ ਨਹੀਂ ਜਾਣਦਾ। ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਤੋਂ ਬਿਨਾ ਗੁਰਮੁਖੋ ਬੰਦੇ ਦੇ ਦੁੱਖ ਨੂੰ ਕੋਈ ਸਮਝਦਾ ਨਹੀਂ। ਇਸ ਲਈ ਗੁਰੂ ਪਾਤਸ਼ਾਹ ਜੀ ਨੇ ਕਹਿ ਦਿੱਤਾ, ਹਮ ਨਾਹੀ ਚਿੰਤ ਪਰਾਈ। ਮੈਂ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਗਿਆ, ਦੂਜੇ ਦੇ ਚਿੰਤਨ ਵਿੱਚ ਨਹੀਂ। ਮੈਂ ਗੁਰੂ ਦਾ ਚਿੰਤਨ ਕੀਤਾ, ਮੈਨੂੰ ਸੰਸਾਰ ਦੀਆਂ ਚਿੰਤਾਵਾਂ, ਝੋਰੇ, ਵਿਕਾਰ ਖਤਮ ਹੋ ਗਏ। ਦੂਸਰਾ ਕੋਈ ਚਿੰਤਾ ਨਹੀਂ ਕਰਦਾ। ਮੈਂ ਇੱਕ ਦਾਤੇ ਨੂੰ ਤੱਕਿਆ, ਉਹ ਸਾਰਿਆਂ ਦੀ ਚਿੰਤਾ ਕਰਦਾ ਹੈ, ਉਹ ਸਾਰਿਆਂ ਦਾ ਝੋਰਾ ਕਰਦਾ ਹੈ, ਸਾਰਿਆਂ ਨੂੰ ਵਿਕਾਰਾਂ ਤੋਂ ਰੋਕਦਾ ਹੈ। ਭਾਗਾਂ ਵਾਲਿਓ, ਅੱਗੇ ਬੰਦੇ ਤੇ ਡਿਪੈਂਡ ਹੈ, ਬੰਦੇ ਨੇ ਆਪਣੀਆਂ ਆਦਤਾਂ ਛੱਡਣੀਆਂ ਹਨ ਜਾਂ ਨਹੀਂ। ਜੇ ਭਾਗਾਂ ਵਾਲਿਓ ਕਹੀਏ, ਬੰਦਾ ਇੱਕਦਮ ਹੀ ਆਪਣੀਆਂ ਆਦਤਾਂ ਛੱਡ ਦੇਵੇ, ਆਪਣੀ ਮਾੜੀ ਬਿਰਤੀ ਛੱਡ ਦੇਵੇ, ਨਹੀਂ ਛੱਡ ਸਕੇਗਾ। ਇਸ ਲਈ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਸਾਨੂੰ ਸਮਝਾ ਰਹੀ ਹੈ, ਬੰਦਾ ਆਪਣੀ ਇੱਕ ਇੱਕ ਆਦਤ ਕਰਕੇ ਛੱਡੇ, ਬੰਦਾ ਆਪਣੇ ਸੁਭਾਅ ਨੂੰ ਹੌਲੀ ਹੌਲੀ ਬਦਲੇ। ਇਸ ਲਈ ਬਾਬਾ ਵਾਰਿਸ ਸ਼ਾਹ ਜੀ ਕਹਿ ਰਹੇ ਨੇ, ਵਾਰਿਸ ਸ਼ਾਹ ਆਦਤਾਂ ਜਾਂਦੀਆਂ ਨਾ, ਜੇਕਰ ਛੱਡੀਏ ਥੋੜੀਆਂ ਥੋੜੀਆਂ ਜੀ। ਕਹਿਣ ਲੱਗੇ ਵਾਰਿਸ ਸ਼ਾਹ
ਆਦਤਾਂ ਜਾਂਦੀਆਂ ਨਾ ਜੇਕਰ ਕੱਟੀਏ ਪੂਰੀਆਂ ਪੂਰੀਆਂ ਜੀ। ਬਾਦਸ਼ਾਹ ਆਦਤਾਂ ਜਾਂਦੀਆਂ ਨੇ ਜੇਕਰ ਛੱਡੀਏ ਥੋੜੀਆਂ ਥੋੜੀਆਂ ਜੀ। ਜੇ ਥੋੜੀਆਂ ਥੋੜੀਆਂ ਕਰਕੇ ਬੰਦਾ ਆਪਣੀਆਂ ਆਦਤਾਂ ਛੱਡੇਗਾ ਤੇ ਭਾਗਾਂ ਵਾਲਿਓ ਆਪਣੇ ਜੀਵਨ ਵਿੱਚੋਂ ਐਬ ਖਤਮ ਕਰ ਸਕਦਾ ਹੈ। ਜੇ ਬੰਦਾ ਚਾਹੇ ਇੱਕਦਮ ਮੈਂ ਆਪਣੀਆਂ ਆਦਤਾਂ ਛੱਡ ਦੇਵੇ, ਪਾਤਸ਼ਾਹ ਜੀ ਕਹਿ ਰਹੇ ਹਨ ਬੰਦਾ ਭਾਵੇਂ ਛੋਟੇ ਛੋਟੇ ਟੋਟੇ ਕਰਕੇ ਕੱਟਿਆ ਜਾਵੇ ਪਰ ਬੰਦੇ ਦੇ ਅੰਦਰ ਇਹ ਆਦਤਾਂ ਘਰ ਕਰ ਗਈਆਂ ਨਹੀਂ ਛੱਡ ਸਕਦਾ। ਹੌਲੀ ਹੌਲੀ ਬਦਲਾਵ ਆਵੇਗਾ। ਇਸ ਲਈ ਪਾਤਸ਼ਾਹ ਜੀ ਕਹਿ ਰਹੇ ਹਨ ਆਪਣੇ ਮਨ ਅੰਦਰ ਬਦਲਾਵ ਗੁਰੂ ਕੀ ਬਾਣੀ ਦੁਆਰਾ ਲੈ ਕੇ ਆ। ਆਪਣੇ ਮਨ ਅੰਦਰ ਚੇਂਜ ਗੁਰੂ ਕੀ ਬਾਣੀ ਦੁਆਰਾ ਕਰ। ਆਰੰਭਤਾ ਵਿੱਚ ਪਾਤਸ਼ਾਹ ਜੀ ਕੀ ਰਹਿਮਤ ਵਰਸਾ ਰਹੇ ਹਨ ਜੇ। ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ। ਮੇਰਾ ਮਨ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਦਰ ਦਾ ਭੌਰਾ ਬਣ ਗਿਆ। ਮੇਰਾ ਮਨ ਗੁਰੂ ਕਾ ਘਰ ਬਣ ਗਿਆ। ਮੇਰੇ ਮਨ ਅੰਦਰ ਗੁਰੂ ਬਿਰਾਜਮਾਨ ਹੋ ਗਏ। ਤਨ ਵੇਸ ਕਲੰਦਰ, ਕਲੰਦਰ ਤੋਂ ਭਾਵ ਇੱਥੇ ਅਰਥ ਹੈ ਕਿ ਫਕੀਰੀ ਪਹਿਰਾਵਾ। ਕਲੰਦਰ ਤੋਂ ਭਾਵ ਇੱਥੇ ਫਕੀਰੀ, ਕਲੰਦਰ ਤੋਂ ਭਾਵ ਇੱਥੇ ਨਿਮਰਤਾ। ਕਹਿਣ ਲੱਗੇ ਮੈਂ ਆਪਣੇ ਤਨ ਤੇ ਗੁਰੂ ਕੇ ਨਾਮ ਵਾਲਾ ਫਕੀਰੀ ਬਾਣਾ ਪਹਿਨ ਲਿਆ। ਤੇ ਪਾਤਸ਼ਾਹ ਜੀ ਕਹਿ ਰਹੇ ਹਨ ਮੇਰਾ ਮਨ ਗੁਰੂ ਕੇ ਚਰਨਾਂ ਵਿੱਚ ਪਤੀਜ ਗਿਆ। ਹੁਣ ਮੈਂ ਥਾਂ ਥਾਂ ਤੇ ਜਾ ਕੇ ਸੀਸ ਨਹੀਂ ਨਿਵਾਉਂਦਾ, ਘਟ ਹੀ ਤੀਰਥ ਨਾਵਾਂ। ਮੈਂ ਸੰਸਾਰ ਦੇ ਤੀਰਥਾਂ ਤੇ ਜਾ ਕੇ ਇਸ਼ਨਾਨ ਨਹੀਂ ਕਰਦਾ ਕਿਉਂਕਿ ਮੇਰੇ ਅੰਦਰ ਗੁਰੂ ਵਸ ਗਿਆ ਹੈ। ਮੈਂ ਆਪਣੇ ਹਿਰਦੇ ਘਰ ਅੰਦਰੋਂ ਗੁਰੂ ਕੇ ਤੀਰਥ ਵਿੱਚੋਂ ਇਸ਼ਨਾਨ ਕਰਦਾ ਹਾਂ। ਘਟ ਕਹਿੰਦੇ ਨੇ ਹਿਰਦਾ, ਤੀਰਥ ਕਹਿੰਦੇ ਨੇ। ਪਾਤਸ਼ਾਹ ਜੀ ਕਹਿਣ ਲੱਗੇ ਆਪਣੇ ਹਿਰਦੇ ਰੂਪੀ ਤੀਰਥ ਵਿੱਚੋਂ ਇਸ਼ਨਾਨ ਕਰਦਾ ਹਾਂ ਕਿਉਂਕਿ ਹਿਰਦੇ ਦੀ ਸੇਜਾ ਤੇ ਗੁਰੂ ਬਿਰਾਜਮਾਨ ਹੋ ਗਿਆ। ਮੇਰਾ ਮਨ ਮੰਦਰ ਬਣ ਗਿਆ। ਤੇ ਭਾਗਾਂ ਵਾਲਿਓ ਸਤਿਗੁਰਾਂ ਨੇ ਮਨ ਨੂੰ ਵੇਖੋ ਕਿਤਨਾ ਪਵਿੱਤਰ ਕਿਹਾ, ਮਨ ਮੰਦਰ ਹੈ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿ ਰਹੇ ਹਨ ਹਰਮੰਦਰ ਹਰ ਕਾ ਹਾਟ ਹੈ। ਰੱਬ ਜੀ ਨੇ ਇੱਕ ਹਰਮੰਦਰ ਤੇ ਗੁਰਮੁਖੋ ਅੰਮ੍ਰਿਤਸਰ ਦੀ ਧਰਤੀ ਤੇ, ਦੂਸਰਾ ਹਰਮੰਦਰ ਇਸ ਬੰਦੇ ਦੇ ਮਨ ਨੂੰ ਵੀ ਕਿਹਾ। ਹਰ ਭਾਵ ਅਕਾਲ ਪੁਰਖ, ਮੰਦਰ ਭਾਵ ਉਸ ਦਾ ਘਰ। ਤੇ ਭਾਗਾਂ ਵਾਲਿਓ ਬੰਦਾ ਇੱਕ ਵਾਰ ਵੀ ਨਸ਼ੇ ਕਰਨ ਤੋਂ ਪਹਿਲੋਂ ਸੋਚਦਾ ਨਹੀਂ। ਤਮਾਕੂ, ਬੀੜੀਆਂ, ਜਰਦਾ, ਬੰਦਾ ਸ਼ਰਾਬਾਂ ਪੀਣ ਤੋਂ ਇੱਕ ਵਾਰ ਵੀ ਨਹੀਂ ਸੋਚਦਾ ਮੈਂ ਰੱਬ ਦੇ ਘਰ ਤੇ, ਰੱਬ ਦੇ ਮੰਦਰ ਤੇ ਇਹਨਾਂ ਸ਼ਰਾਬਾਂ ਦੀਆਂ ਗਲਾਸੀਆਂ ਭਰ ਭਰ ਕੇ ਡੋਲੀ ਜਾ ਰਿਹਾ ਹਾਂ। ਪਾਤਸ਼ਾਹ ਜੀ ਨੇ ਗੁਰਮੁਖੋ ਇਸ ਮਨ ਨੂੰ ਮੰਦਰ ਕਿਹਾ ਤੇ ਬੰਦਾ ਇਸ ਅੰਦਰ ਗੰਦਗੀ ਪਾ ਰਿਹਾ ਹੈ। ਜਿਤਨਾ ਸਮਾਂ ਇਸ ਮਨ ਨੂੰ ਸਵਾਰੇਗਾ ਨਹੀਂ, ਸਮਝੇਗਾ ਨਹੀਂ, ਇਸ ਮਨ ਦੇ ਵਿੱਚੋਂ ਐਬ ਔਗਣ ਨਹੀਂ ਕੱਢੇਗਾ, ਪਾਤਸ਼ਾਹ ਜੀ ਕਹਿ ਰਹੇ ਹਨ ਉਤਨਾ ਸਮਾਂ ਸੰਸਾਰ ਅੰਦਰ ਠੋਕਰਾਂ ਖਾਵੇਗਾ। ਸੰਸਾਰ ਅੰਦਰ ਉਤਨਾ ਸਮਾਂ ਤੜਫੇਗਾ, ਕਲਪੇਗਾ, ਵਿਲਕੇਗਾ, ਉਤਨਾ ਸਮਾਂ ਧੋਖੇ ਵਿੱਚ ਰਵੇਗਾ। ਜਦੋਂ ਗੁਰੂ ਕੇ ਨਾਮ ਦੀ ਸਮਝ ਆ ਗਈ, ਏਕ ਸ਼ਬਦ, ਜਦੋਂ ਗੁਰੂ का एक शब्द मेरा प्राण बसत है, मेरे प्राण मेरे हृदय अंदर वस गया। बहुड़ जन्म ना आवा, फिर मुड़ मुड़ के जन्मा जन्मां दी भरमाई विच नहीं पैना पवेगा। मुड़ मुड़ के जमन मरण विच भी नहीं पैना पवेगा। मुड़ मुड़ के भयानक जूनियां विच नहीं पैना पवेगा। इसे तरह गुरु नानक पातशाह जी प्रचार करदे करदे गुरमुखो एक नगर दे विच पहुंचे। एक घर दे सामने पातशाह जी बैठे। सामने देखिया घर दे उपर 4 झंडे लगे ने। पुराने समयां दे विच भागां वालिओ किसे कोल 1 लाख रुपया हुंदा सी, क्योंकि उन्हां समयां दे विच 1469 दी बात है। 1400 गुरमुखो लगभग 1500 दे करीब ये बात है। उन्हां समयां दे विच 1 लाख रुपए दी बड़ी कीमत हुंदी सी। ते इस घर ते 4 झंडे लगे सन। जिस घर दे कोल, जिस परिवार दे कोल 1 लाख रुपया हुंदा सी, अपने छत ते, दरवाजे दी छत ते 1 झंडा लगा दिंदा। 2 लाख 2 झंडे, 3 लाख 3 झंडे। ते भागां वालिओ इस बाबा सावन मल दे कोल 4 लाख रुपया दौलत है। बड़ा धनाट, बड़ा अमीर बंदा है। इस दी छत ते 4 झंडे लगे ने। गुरु नानक पातशाह जी कहन लगे मरदानिया, ये जो धनाट बंदा है इस नूं बुला के लिया। गुरमुखों मरदाना जी गए, उस नूं बुला के लियाए। बाबा सावन मल जी गुरु नानक पातशाह जी दे चरणां विच आए।
ਸਤਿਗੁਰਾਂ ਦੀ ਸੰਗਤ ਕੀਤੀ। ਗੁਰਮੁਖੋ ਬੜਾ ਮਨ ਟਿਕਾ ਕੇ ਗੁਰੂ ਕੀ ਸੰਗਤ ਵਿੱਚ ਬੈਠੇ। ਸਤਿਗੁਰਾਂ ਨੇ ਜਾਂਦਿਆਂ ਨੂੰ ਇੱਕ ਸੂਈ ਦੇ ਦਿੱਤੀ, ਕਹਿਣ ਲੱਗੇ ਇਹ ਸਾਂਭ ਕੇ ਰੱਖਿਓ। ਤੁਸੀਂ ਲੋਕਾਂ ਨੂੰ ਪੈਸਾ ਵਿਆਜੂ ਦਿੰਦੇ ਹੋ, ਲੋਕਾਂ ਦਾ ਸਿਉਣਾ ਗਹਿਣਾ ਗੱਟਾ ਆਪਣੇ ਕੋਲ ਰੱਖਦੇ ਹੋ, ਲੋਕਾਂ ਨੂੰ ਪੈਸਾ ਦਿੰਦੇ ਹੋ। ਆ ਵੀ ਮੇਰੀ ਇੱਕ ਸੂਈ ਸਾਂਭ ਕੇ ਰੱਖਿਓ, ਮੈਂ ਤੁਹਾਡੇ ਤੋਂ ਅੱਗੇ ਲੋਕ ਪਰਲੋਕ ਦਰਗਾਹ ਦੇ ਵਿੱਚ ਲੈ ਲਵਾਂਗਾ। ਤੇ ਗੁਰਮੁਖੋ ਆਪਣੇ ਘਰ ਉਹ ਸੂਈ ਲੈ ਗਿਆ। ਘਰ ਵਾਲੀ ਨੂੰ ਪਕੜਾਉਣ ਲੱਗਾ, ਘਰ ਵਾਲੀ ਨੂੰ ਕਹਿਣ ਲੱਗਾ ਇਹ ਸੂਈ ਸਾਂਭ ਕੇ ਰੱਖੀ। ਇੱਥੇ ਇੱਕ ਫਕੀਰ ਆਏ ਨੇ, ਉਹ ਕਹਿਣ ਲੱਗੇ ਮੈਂ ਤੁਹਾਡੇ ਤੋਂ ਪ੍ਰਲੋਕ ਵਿੱਚ ਲਵਾਂਗਾ, ਅੱਗੇ ਜਾ ਕੇ ਲਵਾਂਗਾ। ਘਰ ਵਾਲੀ ਵੀ ਸਤ ਸੰਗਤ ਕਰਦੀ ਹੈ, ਭਾਗਾਂ ਵਾਲਿਓ ਬੜੇ ਧਾਰਮਿਕ ਖਿਆਲਾਂ ਵਾਲੀ ਹੈ। ਉਹ ਕਹਿਣ ਲੱਗੀ ਇਹ ਸਰੀਰ ਇਹ ਤਨ ਵੀ ਨਾਲ ਨਹੀਂ ਜਾਵੇਗਾ, ਤੁਸੀਂ ਕਹਿ ਰਹੇ ਹੋ ਇਹ ਸੂਈ ਨਾਲ ਲੈ ਜਾਓਗੇ। ਫਿਰ ਗੁਰਮੁਖੋ ਉਹ ਸੂਈ ਲੈ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਰਹਿਮਤਾਂ ਦੇ ਸਾਗਰ, ਸਤਿਗੁਰੂ ਜੀ ਉਸ ਨੂੰ ਸਮਝਾਉਣਾ ਹੀ ਚਾਹੁੰਦੇ ਸਨ। ਇਤਨੀ ਮਾਇਆ ਇਤਨਾ ਧਨ ਇਕੱਠਾ ਕਰੀ ਜਾ ਰਿਹਾ ਹੈ, ਕੇਵਲ ਧਨ ਦੇ ਪਿੱਛੇ ਭੱਜਦਾ ਹੈ। ਚੇਤਾ ਰੱਖੀ ਇਹ ਸਰੀਰ ਵੀ ਨਾਲ ਨਹੀਂ ਜਾਵੇਗਾ, ਸੰਸਾਰਕ ਵਸਤੂਆਂ ਪਦਾਰਥ ਧੀਆਂ ਪੁੱਤਰ ਸਾਰੇ ਇੱਥੇ ਹੀ ਰਹਿ ਜਾਣਗੇ, ਨਾਲ ਜਾਵੇਗਾ ਤੇ ਰੱਬ ਦਾ ਨਾਮ। ਭਾਗਾਂ ਵਾਲਿਓ ਫਿਰ ਇਤਨੀ ਭਿੱਜ ਕੇ ਸੰਗਤ ਕੀਤੀ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਦੇ ਘਰ ਤੋਂ ਜਾਣ ਲੱਗੇ, ਫਿਰ ਬੜਾ ਲੰਮਾ ਸਮਾਂ ਰਹਿ ਕੇ ਸਤਿਗੁਰਾਂ ਨੇ ਇਸ ਦੇ ਘਰ ਰੱਬ ਦੀ ਇਬਾਦਤ ਕੀਤੀ ਤੇ ਭਾਗਾਂ ਵਾਲਿਓ ਇਸ ਨੇ ਬੜੇ ਭਿੱਜ ਕੇ ਸੰਗਤ ਕੀਤੀ। ਜਦੋਂ ਪਾਤਸ਼ਾਹ ਜੀ ਜਾਣ ਲੱਗੇ ਤੇ ਬਾਬਾ ਸਾਵਣ ਮਲ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿਣ ਲੱਗੇ ਬਾਬਾ ਜਾਂ ਤਾਂ ਮੈਨੂੰ ਨਾਲ ਲੈ ਚੱਲ ਜਾਂ ਤੂੰ ਇੱਥੇ ਰਹਿ ਪਾ। ਕਹਿਣ ਲੱਗਾ ਮੇਰਾ ਤੇਰੇ ਤੋਂ ਬਿਨਾ ਹੁਣ ਗੁਜ਼ਾਰਾ ਨਹੀਂ। ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਸਰੀਰ ਨਾਲ ਜੁੜੋਗੇ ਤੇ ਵਿਛੋੜਾ ਪਵੇਗਾ ਹੀ ਪਵੇਗਾ, ਜੇ ਸ਼ਬਦ ਨਾਲ ਜੁੜੋਗੇ ਕਦੀ ਵਿਛੋੜਾ ਨਹੀਂ ਪਵੇਗਾ। ਭਾਗਾਂ ਵਾਲਿਓ ਉਹ ਪਰਿਵਾਰ ਐਸਾ ਸ਼ਬਦ ਦੇ ਨਾਲ ਜੁੜਿਆ। ਬਾਬਾ ਸਾਵਣ ਮਲ ਦਾ ਪੁੱਤਰ ਭਾਈ ਅਰਥਾ, ਭਾਈ ਅਰਥੇ ਦਾ ਪੁੱਤਰ ਭਾਈ ਬਿੰਨਾ, ਭਾਈ ਬਿੰਨੇ ਦਾ ਪੁੱਤਰ ਭਾਈ ਦਾਸਾ, ਭਾਈ ਦਾਸੇ ਦਾ ਪੁੱਤਰ ਗੁਰਮੁਖੋ। ਇਸੇ ਤਰ੍ਹਾਂ ਇਹ ਕੁੱਲ ਚਲਦੀ ਚਲਦੀ ਅੱਗੇ ਚਲਦੀ ਗਈ। ਸਾਰੇ ਗੁਰੂ ਸਾਹਿਬਾਨਾਂ ਦੀ ਗੁਰਮੁਖੋ ਸੇਵਾ ਦੇ ਵਿੱਚ ਇਹ ਪਰਿਵਾਰ ਹੋਇਆ। ਸ਼ਬਦ ਦੇ ਨਾਲ ਜੁੜਨ ਦੀਆਂ ਬਰਕਤਾਂ ਨੇ। ਜੇ ਸ਼ਰੀਰਾਂ ਦੇ ਨਾਲ ਜੁੜੋਗੇ ਭਾਗਾਂ ਵਾਲਿਓ ਵਿਛੋੜਾ ਇੱਕ ਨਾ ਇੱਕ ਦਿਨ ਪਵੇਗਾ। ਜੇ ਸ਼ਬਦ ਦੇ ਨਾਲ ਜੁੜਾਂਗੇ ਧੁਰ ਦਰਗਾਹ ਦੇ ਨਾਲ ਗੁਰੂ ਸਾਨੂੰ ਜੋੜ ਦੇਵੇਗਾ। ਧੁਰ ਦੇ ਨਾਲ ਜੁੜਿਆ ਹੋਇਆ ਭਾਗਾਂ ਵਾਲਿਓ ਫਿਰ ਇਸੇ ਤਰ੍ਹਾਂ ਬਾਬਾ ਮੱਖਣ ਸ਼ਾਹ ਜੀ ਇਹਨਾਂ ਦੀ ਆਖਰੀ ਕੁੱਲ ਹੋਏ। ਬਾਬਾ ਮੱਖਣ ਸ਼ਾਹ ਜੀ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਗੁਰਮੁਖੋ ਹਾਜ਼ਰ ਕੀਤਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਚਾਰ ਮੋਹਰਾਂ ਸਾਹਮਣੇ ਰੱਖ ਕੇ ਜਦੋਂ ਪਾਤਸ਼ਾਹ ਜੀ ਨੇ ਕਿਹਾ ਮੋਹਰਾਂ ਤੇ 500 ਦੀ ਗੱਲ ਹੋਈ ਸੀ, ਮੋਹਰਾਂ 500 ਤੋਂ ਬੇਨਤੀ ਕੀਤੀ ਸੀ, ਚਾਰ ਰੱਖ ਕੇ ਤੂੰ ਗੁਰੂ ਨੂੰ ਮਗਰੋਂ ਲਾ ਰਿਹਾ ਹੈ। ਪਾਤਸ਼ਾਹ ਜੀ ਨੂੰ ਗੁਰਮੁਖੋ ਫਿਰ ਕੋਠੇ ਤੇ ਚੜ ਗਿਆ, ਕਹਿਣ ਲੱਗਾ ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਇਤਨੀ ਵੇਖੋ ਮਾਇਆ ਦਾ ਵੀ ਕੋਈ ਅਹੰਕਾਰ ਨਹੀਂ, ਕਿਉਂਕਿ ਗੁਰੂ ਕਾ ਦਸਵੰਧ ਕੱਢਦੇ ਨੇ। ਦਸਵੰਧ ਉਹ ਕੱਢ ਸਕਦਾ ਹੈ ਜਿਸ ਦੇ ਅੰਦਰੋਂ ਮੱਚ ਮਰਿਆ ਹੋਵੇ, ਜਿਸ ਦੇ ਅੰਦਰੋਂ ਅਹੰਕਾਰ ਮਰਿਆ ਹੋਵੇ, ਜਿਸ ਦੇ ਅੰਦਰੋਂ ਭਾਗਾਂ ਵਾਲਿਓ ਹਉਮੈ ਦੀ ਬਿਰਤੀ ਮਰੀ ਹੋਵੇ, ਜਿਸ ਨੂੰ ਗੁਰੂ ਕੀ ਬਾਣੀ ਵਿੱਚੋਂ ਤੇ ਇਸ ਸੰਸਾਰਕ ਮਾਇਆ ਵਿੱਚੋਂ ਰੱਜ ਆ ਗਿਆ ਹੋਵੇ। ਇਸ ਲਈ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਦੁਆਰਾ ਸਮਝਾਇਆ। ਵਿਚਾਰਾਂ ਬੜੀਆਂ ਲੰਬੇਰੀਆਂ ਨੇ, ਸੰਖੇਪ ਜੀ ਵਿਚਾਰ ਗੁਰੂ ਰਹਿਮਤ ਸਦਕਾ ਚਾਰ ਪੰਕਤੀਆਂ ਆਪ ਸੰਗਤਾਂ ਦੇ ਨਾਲ ਗੁਰੂ ਰਹਿਮਤ ਸਦਕਾ ਸਾਂਝੀਆਂ ਕੀਤੀਆਂ ਜੀ।